ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ ਰੁਕ ਸਭ ਤੋਂ ਪਹਿਲਾਂ ਕਰਾਂਗੇ ਇਸ ਵਕਤ ਦੀ ਵੱਡੀ ਖਬਰ ਦੇ ਵੱਲ। ਖਬਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਨੂੰ ਲੈ ਕੇ ਹੈ। ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇਪਰੇ ਚੜੀਆਂ ਨੇ। ਦੱਸਦੀ ਕਿ ਕਮੇਟੀ ਦੀਆਂ ਚੋਣਾਂ ਦੇ ਵਿੱਚ 37% ਦੇ ਕਰੀਬ ਜਿਹੜੀ ਵੋਟਿੰਗ ਹੋਈ ਹੈ ਤੇ ਇਸ ਵੋਟਿੰਗ ਦੇ ਵਿੱਚ ਸਭ ਤੋਂ ਵੱਧ ਵੋਟਿੰਗ ਜੋ ਹੋਈ ਹੈ ਉਹ ਪੰਜਾਬੀ ਬਾਗੇ ਇਲਾਕੇ ਦੇ ਵਿੱਚ ਹੋਈ ਹੈ। ਦੱਸਦੀ ਕਿ ਤਕਰੀਬਨ 12 ਲੱਖ ਦੇ ਲਗਭਗ ਜਿਹੜੇ ਵੋਟਰ ਨੇ ਉਹਨਾਂ ਦੇ ਵੱਲੋਂ ਵੋਟਿੰਗ ਕੀਤੀ ਗਈ ਹੈ ਤੇ ਇਸ ਵਾਰ ਜੋ ਨਤੀਜਾ ਆਏਗਾ ਉਸ ਨਤੀਜੇ ਦਾ ਪੰਜਾਬ ਦੀਆਂ ਚੋਣਾਂ ਦੇ ਉੱਤੇ ਵੀ ਪ੍ਰਭਾਵ ਵੇਖਣ ਨੂੰ ਮਿਲੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣਾਂ ਅੱਜ ਜੋ 22 ਅਗਸਤ ਨੂੰ ਡਿਊ ਹੈਗੀਆਂ ਸੀ ਉਹ ਸਕਸੈਸਫੁਲੀ ਕੰਪਲੀਟ ਹੋ ਗਈਆਂ ਨੇ ਸਾਡੀਆਂ। ਕੋਈ ਵੀ ਐਸਾ ਅਨਡਿਊ ਇੰਸੀਡੈਂਟ ਸਾਡੇ ਰਿਪੋਰਟ ਨਹੀਂ ਕੀਤਾ ਗਿਆ ਹੈ। ਟੋਟਲ 3,42,065 ਵੋਟਰ ਇਸ ਮਤਦਾਤਾ ਸੂਚੀ ਸ਼ਾਮਿਲ ਸੀ। ਇਹਦੇ ਵਿੱਚ ਇਸ ਸਿਲੈਕਸ਼ਨ ਦੇ ਵਿੱਚ 1,27,472 मतदाता ने अपने वोटर का चोणों का इस्तेमाल किया है। 1,27,472 जो वोटर ने उन्होंने 68,194 मेल वोटर है ने और 59,278 फीमेल है ने। मेल की परसेंटेज 39.95 है और फीमेल की परसेंटेज 34.95 है। कुल चोणों की परसेंटेज 37.27% हुई है। इस बार के इलैक्शन सब तो ज़्यादा जो वोटा पई ने वोट परसेंटेज वो पंजाबी बाग एरिया वार्ड नंबर 9 होए ने जिहदे विच 54.10% वोट हुए ने। सब तो घट वोटा जिहड़ी होईयां ने पोल होईयां ने वो वार्ड नंबर 22 शाम नगर च होईयां ने जिहदे 25.18% वोट पोल हुए ने। ਸੋ ਦਿੱਲੀ ਕਮੇਟੀ ਦੀਆਂ ਚੋਣਾਂ ਦਾ ਅਸਰ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਪੈ ਸਕਦਾ ਹੈ, ਇਸ ਦੇ ਲਈ ਸਿੱਧਾ ਚੱਲਾਂਗੇ ਤੇ ਐਕਸਪਰਟ ਰਾਏ ਦੇ ਲਈ ਸੁਰਿੰਦਰ ਡੱਲਾ ਹੁਣ ਦਾ ਰੁਖ ਕਰਾਂਗੇ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜੇਕਰ ਨਤੀਜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤੇ ਜੇਕਰ ਨਤੀਜਾ ਆਉਂਦਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਪੰਜਾਬ ਦੇ ਸਮੀਕਰਨ ਸਿਆਸੀ ਤੌਰ ਦੇ ਉੱਤੇ ਕਿੱਦਾਂ ਦੇ ਵੇਖ ਰਹੇ ਹੋ? ਕੀ ਪ੍ਰਭਾਵ ਪੰਜਾਬ ਦੀ ਸਿਆਸਤ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਹੋ ਸਕਦਾ ਹੈ? ਦੇਖੋ, ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹਦਾ ਇੰਪੈਕਟ ਬਹੁਤ ਪੰਜਾਬ ਦੇ ਵਿੱਚ ਆਉਣਾ ਹੈ। ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਅਕਾਲੀ ਦਲ ਦੀ ਸਾਰੀ ਵੱਡੀ ਲੀਡਰਸ਼ਿਪ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਸਰਗਰਮ ਰਹਿੰਦੀ ਹੈ। ਔਰ ਇਸ ਵਾਰ ਵੀ ਅਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਨੇ ਦਿੱਲੀ 'ਚ ਜਾ ਕੇ ਚੋਣ ਪ੍ਰਚਾਰ ਕੀਤਾ। ਔਰ ਜਦੋਂ ਤੱਕ ਤਾਂ ਬੀਜੇਪੀ ਦੇ ਨਾਲ ਸਾਂਝ ਸੀ ਅਕਾਲੀ ਦਲ ਦੀ, ਉਸ ਵੇਲੇ ਬੀਜੇਪੀ ਦੇ ਜਿਹੜੇ ਸਿੱਖ ਭਾਈਚਾਰੇ ਦੇ ਸਾਡੇ ਲੀਡਰ ਨੇ ਉਹ ਵੀ ਚੋਣ ਪ੍ਰਚਾਰ ਕਰਦੇ ਰਹੇ ਨੇ ਇਹਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਚੋਣਾਂ ਦੇ ਵਿੱਚ। ਔਰ ਇਸ ਵਾਰ ਕਿਉਂਕਿ ਬੀਜੇਪੀ ਔਰ ਅਕਾਲੀ ਦਲ ਵੱਖਰਾ ਹੋ ਗਿਆ, ਸੋ ਹੁਣ ਦੇਖਣ ਵਾਲੀ ਸਥਿਤੀ ਰਹੂਗੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਜਿਨ੍ਹਾਂ ਕੋਲੇ ਪ੍ਰਬੰਧ ਸੀ ਗੁਰਦੁਆਰਾ ਸਾਹਿਬਾਨਾਂ ਦਾ, ਹੁਣ ਉੱਥੇ ਆਪਣੀ ਜਿਹੜੀ ਸਥਿਤੀ ਆ ਉਹਨੂੰ ਬਰਕਰਾਰ ਰੱਖਦੇ ਨੇ ਜਾਂ ਕੋਈ ਹੋਰ ਧਿਰ ਆਉਂਦੀ ਹੈ। ਦੇਖੋ, ਮੁਕਾਬਲਾ ਬੜਾ ਜ਼ਬਰਦਸਤ ਹੋਇਆ। ਵੋਟ ਪਰਸੈਂਟੇਜ ਕਾਫੀ ਘੱਟ ਹੈ ਭਾਵੇਂ, ਪਰ ਇਸ ਵੋਟ ਪਰਸੈਂਟੇਜ ਨੂੰ ਅਸੀਂ ਇੱਕ ਖੋਜ ਦੇ ਤੌਰ 'ਤੇ ਦੇਖਾਂਗੇ ਵੀ ਇੰਨੀ ਘੱਟ ਵੋਟ ਪਰਸੈਂਟੇਜ ਤੋਂ ਕੀ ਮੌਜੂਦਾ ਪ੍ਰਬੰਧਕ ਦੁਬਾਰਾ ਆਉਂਦੇ ਨੇ ਜਾਂ ਨਵੇਂ ਪ੍ਰਬੰਧਕ ਆਉਂਦੇ ਨੇ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ। ਔਰ ਇਹਦਾ ਅਸਰ ਪੰਜਾਬ 'ਚ ਆਊਗਾ। ਬਹੁਤ ਗੰਭੀਰਤਾ ਦੇ ਨਾਲ ਮੈਂ ਗੱਲ ਕਹਿ ਰਿਹਾ ਕਿ ਇਹਦਾ ਅਸਰ ਪੰਜਾਬ 'ਚ ਆਊਗਾ। ਅਗਰ ਅਕਾਲੀ ਦਲ ਕਾਮਯਾਬੀ ਹਾਸਲ ਨਹੀਂ ਕਰਦਾ ਦਿੱਲੀ ਦੇ ਵਿੱਚ ਪ੍ਰਬੰਧ ਵਾਪਸ ਲੈਣ ਦਾ, ਤੇ ਪੰਜਾਬ 'ਚ ਵਿਰੋਧੀਆਂ ਕੋਲ ਇੱਕ ਮੌਕਾ ਹੋਊਗਾ ਕਿ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਨਕਾਰਿਆ। ਔਰ ਸਿਆਸੀ ਤੌਰ 'ਤੇ ਵੀ ਅਕਾਲੀ ਦਲ ਨੂੰ ਇਹਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਊਗਾ। ਭਾਵੇਂ ਅਕਾਲੀ ਦਲ ਵਾਲੇ ਕਹਿਣਗੇ ਕਿ ਅਸੀਂ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਤੌਰ 'ਤੇ ਚੋਣਾਂ ਲੜਨੀਆਂ ਨੇ, ਬਿਲਕੁਲ ਕਹਿਣਗੇ ਕਿ ਇਹਦਾ ਸਾਨੂੰ ਕੋਈ ਅਸਰ ਨਹੀਂ ਪਊਗਾ, ਪਰ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹਦਾ ਫਰਕ ਪਊਗਾ ਅਗਰ ਅਕਾਲੀ ਦਲ ਦਿੱਲੀ 'ਚ ਹਾਰਦਾ ਹੈ। ਔਰ ਹੁਣ ਇੱਕ ਅਗਰ ਦਿੱਲੀ 'ਚ ਅਕਾਲੀ ਦਲ ਹਾਰਦਾ ਹੈ, ਸਿਰਸਾ ਧੜਾ ਹਾਰਦਾ ਹੈ, ਤੇ ਪੰਜਾਬ 'ਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੂੰ ਅਕਾਲੀ ਦਲ ਅੱਜ ਕੱਲ੍ਹ ਆਪਣੀ ਪਾਰਟੀ 'ਚ ਸ਼ਾਮਲ ਕਰਾ ਰਿਹਾ। ਆਉਂਦੇ ਦਿਨਾਂ 'ਚ ਹੋਰ ਲੀਡਰਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ। ਸੋ ਅਜਿਹੀ ਸੂਰਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਬੜੀ ਦਿਲਚਸਪ ਰਹੂਗੀ ਸਥਿਤੀ ਦੇਖਣੀ ਕਿ ਅਕਾਲੀ ਦਲ ਦੇ ਵਿੱਚ ਕੀ ਕੋਈ ਅਜਿਹੇ ਲੀਡਰ ਨਾਰਾਜ਼ ਹੋ ਕੇ ਕਿਤੇ ਦੂਸਰੀਆਂ ਪਾਰਟੀਆਂ 'ਚ ਤਾਂ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਸੀਟਾਂ 'ਤੇ ਵੀ ਬੀਜੇਪੀ ਦੇ ਲੀਡਰ ਜਾਣਗੇ ਉੱਥੇ ਅਕਾਲੀ ਦਲ ਦੇ ਲੀਡਰ ਵੀ ਕੁਝ ਹੋਣਗੇ ਜਿਹੜੇ ਆਪਣੀ ਥਾਂ ਲੱਭ ਰਹੇ ਹੋਣਗੇ। ਉਂਝ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਬਸਪਾ ਜਦੋਂ ਦੀ ਨਾਲ ਆਈ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ ਆਉਣ ਦੇ ਨਾਲ ਅਕਾਲੀ ਦਲ ਨੂੰ ਤਾਕਤ ਮਿਲੀ ਹੈ, ਪਰ ਬੀਜੇਪੀ ਦੇ ਲੀਡਰ ਆਉਣ ਤੋਂ ਬਾਅਦ ਕੀ ਸਥਿਤੀਆਂ ਰਹਿੰਦੀਆਂ ਨੇ ਇਹ ਵੀ ਇੱਕ ਖੋਜ ਦਾ ਵਿਸ਼ਾ ਜਾਂ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਤੇ ਪਤਾ ਲੱਗੂਗਾ। ਪਰ ਬਸਪਾ ਔਰ ਅਕਾਲੀ ਦਲ ਦੇ ਸਮਝੌਤੇ ਦਾ ਫਾਇਦਾ ਅਕਾਲੀ ਦਲ ਨੂੰ ਜ਼ਰੂਰ ਮਿਲੂਗਾ
ਪਰ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਦਾ ਅਸਰ ਪੰਜਾਬ 'ਚ ਜ਼ਰੂਰ ਹੋਊਗਾ ਔਰ ਵਿਰੋਧੀ ਮੰਗ ਕਰਨਗੇ, ਖਾਸ ਤੌਰ ਤੇ ਉਹ ਲੀਡਰ ਅਕਾਲੀ ਦਲ ਦੇ ਜਿਹੜੇ ਛੱਡ ਕੇ ਗਏ ਨੇ ਅਕਾਲੀ ਦਲ ਨੂੰ। ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ, ਸੇਖਵਾਂ ਸਾਹਿਬ, ਇਹ ਸਾਰੇ ਲੀਡਰ ਨੇ ਜਿਹੜੇ ਅਗਰ ਦਿੱਲੀ 'ਚ ਅਕਾਲੀ ਦਲ ਹਾਰਦਾ ਹੈ ਤੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਨੀਤੀਗਤ ਵਿਰੋਧ ਕਰਨਗੇ ਔਰ ਮੰਗ ਵੀ ਕਰਨਗੇ ਕਿ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਕਰਾਈਆਂ ਜਾਣ। ਔਰ ਜਿਸ ਤਰ੍ਹਾਂ ਬੀਜੇਪੀ ਦੇ ਲੀਡਰ ਅਕਾਲੀ ਦਲ ਸ਼ਾਮਲ ਕਰ ਰਿਹਾ ਹੈ, ਕੀ ਇਹ ਸੋਚਿਆ ਜਾ ਸਕਦਾ ਹੈ ਕਿ ਪੰਜਾਬ 'ਚ ਵੀ ਕੇਂਦਰ ਸਰਕਾਰ ਹਰੀ ਝੰਡੀ ਦੇ ਦੇ, ਗ੍ਰਹਿ ਮੰਤਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਸੋਚਿਆ ਜਾ ਸਕਦਾ? ਇਹ ਸਵਾਲ ਹੈ ਆਪਣੇ ਆਪ 'ਚ। ਹਾਲਾਂਕਿ ਕੀ ਭਾਰਤ ਸਰਕਾਰ ਇਹ ਫੈਸਲਾ ਕਰੂਗੀ ਜਾਂ ਨਹੀਂ ਕਰੂਗੀ, ਇਹ ਤਾਂ ਵਕਤ ਦੱਸੂਗਾ, ਪਰ ਇਸ ਤਰੀਕੇ ਦੀਆਂ ਚਰਚਾਵਾਂ, ਖਿਆਲ ਜ਼ਰੂਰ ਲੋਕਾਂ ਦੇ ਮਨਾਂ 'ਚ ਉਭਰਨੇ ਸ਼ੁਰੂ ਹੋ ਜਾਣਗੇ। ਤੇ ਰੁਕ ਕਰਦੇ ਹਾਂ ਅਗਲੀ ਖਬਰ ਤੇ ਵੱਲ। ਬੀਤੇ ਦਿਨੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਧਰਨਾ ਪ੍ਰਦਰਸ਼ਨ ਜਲੰਧਰ ਦੇ ਵਿੱਚ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਇਸ ਪ੍ਰਦਰਸ਼ਨ ਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਲ ਮੁਲਾਕਾਤ ਕਿਸਾਨ ਆਗੂਆਂ ਦੀ ਹੋਈ ਹੈ, ਪਰ ਉਹ ਮੁਲਾਕਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ। ਇਸ ਮੁਲਾਕਾਤ ਤੋਂ ਬਾਅਦ ਅੱਜ ਫਿਰ ਇੱਕ ਮੁਲਾਕਾਤ ਹੋਣੀ ਹੈ, ਜਿਸ ਮੁਲਾਕਾਤ ਦੇ ਵਿੱਚ ਵੇਰਵੇ ਵਿਸਥਾਰ ਦੇ ਨਾਲ ਵੇਖੇ ਜਾਣੇ ਨੇ ਕਿ ਆਖਿਰਕਾਰ ਕਿੱਥੋਂ ਤੱਕ ਸਰਕਾਰ ਗੰਨੇ ਦਾ ਮੁੱਲ ਵਧਾ ਸਕਦੀ ਹੈ ਤੇ ਕਿੱਥੋਂ ਤੱਕ ਕਿਸਾਨ ਹੇਠਾਂ ਤੱਕ ਆ ਸਕਦੇ ਨੇ। ਸੋ ਇਸ ਸਭ ਨੂੰ ਲੈ ਕੇ ਚਰਚਾ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਹੋਣੀ ਹੈ, ਪਰ ਕੱਲ ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਬਾਹਰ ਜਿਸ ਤਰ੍ਹਾਂ ਦੇ ਬਿਆਨ ਕਿਸਾਨ ਆਗੂਆਂ ਨੇ ਦਿੱਤੇ ਨੇ, ਉਧਰ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਕੈਬਨਿਟ ਮੰਤਰੀ ਨੇ, ਉਹਨਾਂ ਨੇ ਮੀਟਿੰਗ ਤੋਂ ਬਾਅਦ ਸੁਭਾਵਿਕ ਸੰਕੇਤ ਦਿੱਤੇ ਨੇ ਕਿ ਬਹੁਤ ਜਲਦੀ ਮਸਲਾ ਹੱਲ ਕਰ ਲਿਆ ਜਾਏਗਾ। ਵੱਖ-ਵੱਖ ਪਹਿਲੂਆਂ ਤੇ ਕੀਤੀ, ਪੇਮੈਂਟ ਤੇ ਕੀਤੀ, ਪੇਮੈਂਟ ਤੋਂ ਬਾਅਦ ਕੋਰਟ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਜਿਹੜਾ ਨੇ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਹੈ ਉਹਦੇ ਬਾਰੇ ਗੱਲ ਹੋਈ ਹੈ ਤੇ ਨਾਲ ਹੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੀ ਔਰ ਐਗਰੀਕਲਚਰ ਯੂਨੀਵਰਸਿਟੀ ਦੀ ਨਾਲ ਹੀ ਕਿਸਾਨ ਯੂਨੀਅਨਸ ਦੀ ਜਿਹੜੀ ਉਹਨਾਂ ਨੇ ਪ੍ਰਾਈਸ ਕੰਪੈਰੀਜ਼ਨ ਕਰਨਾ ਉਹਦੇ ਬਾਰੇ ਕਿਹਾ ਕਿ ਪਹਿਲਾਂ ਕੀਤਾ ਨਹੀਂ ਗਿਆ ਤੇ ਉਹਨਾਂ ਨੂੰ ਕਿਹਾ ਕਿ ਹਰ ਰੋਜ਼ ਇਹ ਚੀਜ਼ਾਂ ਤੇ ਪੈਣ ਦੀ ਬਜਾਏ ਇੱਕ ਵਾਰੀ ਇੱਕ ਮੀਟਿੰਗ ਹੋਰ ਕਰ ਲਈ ਜਾਏ। ਕੱਲ੍ਹ 3:30 ਵਜੇ ਸਾਡੇ ਆਫੀਸਰ ਔਰ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠ ਕੇ ਐਗਰੀਕਲਚਰ ਯੂਨੀਵਰਸਿਟੀ ਔਰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਨੇ ਉਹਨਾਂ ਦੇ ਨਾਲ ਬੈਠ ਕੇ ਪੂਰੀ ਕੈਲਕੂਲੇਸ਼ਨ ਕਰਕੇ ਉਹਦੇ ਬਾਅਦ ਪਰਸੋਂ ਫਿਰ ਦੁਬਾਰਾ ਮੀਟਿੰਗ ਕੀਤੀ ਜਾਏਗੀ। ਉਧਰ ਗੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਵੀ ਆਣ ਖੜੀ ਹੋਈ ਹੈ। ਆਮ ਆਦਮੀ ਪਾਰਟੀ ਦੇ ਆਗੂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਗੱਲਾਂ ਨਹੀਂ ਬਲਕਿ ਕਿਸਾਨਾਂ ਦਾ ਹੱਲ ਕਰਨਾ ਚਾਹੀਦਾ ਹੈ। ਅੱਜ ਪੰਜਾਬ ਦਾ ਕਿਸਾਨ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ। ਅੱਜ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਜਿੱਥੇ 3 ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਿਹਾ ਔਰ ਉੱਥੇ ਦੂਜੇ ਪਾਸੇ ਅੱਜ ਵੀ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਬੜਾ ਨਿਗੂਣਾ ਵਾਧਾ ਕੀਤਾਗਾ, ਬਹੁਤ ਘੱਟ ਰੇਟ ਦਾ ਵਾਧਾ ਕੀਤਾਗਾ। ਜਿੰਨੇ ਗੰਨਾ ਕਾਸ਼ਤਕਾਰ ਸਟੇਟ ਨੇ ਉਹਨਾਂ ਵਿੱਚ ਸਭ ਤੋਂ ਜਿਹੜਾ ਘੱਟ ਰੇਟ ਆ ਉਹ ਪੰਜਾਬ ਵਿੱਚ ਆ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਆਉਣ ਵਾਲਾ ਸੈਸ਼ਨ ਆ ਉਸ ਸੈਸ਼ਨ ਦੇ ਵਿੱਚ ਲਗਭਗ 2 ਦਿਨ ਜਿਹੜੇ ਹੈਗੇ ਨੇ ਕਿ ਉਹ ਕਿਸਾਨੀ ਸਮੱਸਿਆਵਾਂ ਤੇ ਚਰਚਾ ਹੋਵੇ, ਚਾਹੇ ਉਹ ਖੇਤੀ ਵਿਭਿੰਨਤਾ ਦੀ ਗੱਲ ਹੋਵੇ, ਚਾਹੇ ਉਹ ਜਿਹੜਾ ਥੱਲੇ ਨੂੰ ਪਾਣੀ ਜਾ ਰਿਹਾ ਉਹਦੀ ਗੱਲ ਹੋਵੇ। ਸੋ ਮੈਂ ਸਮਝਦਾ ਕਿਸਾਨੀ ਸਮੱਸਿਆਵਾਂ ਦੇ ਉੱਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ 2 ਦਿਨ ਦਾ ਹੋਣਾ ਚਾਹੀਦਾ, ਸਪੈਸ਼ਲ ਸੈਸ਼ਨ, ਔਰ 2 ਦਿਨ ਦਾ ਸੈਸ਼ਨ ਜਿਹੜਾ ਹੈਗਾ ਉਹ ਲਾਈਵ ਹੋਣਾ ਚਾਹੀਦਾ, ਲਾਈਵ ਟੈਲੀਕਾਸਟ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਕਿਸਾਨੀ ਦੇ ਦਰਪੇਸ਼ ਜਿਹੜੇ ਸਮੱਸਿਆਵਾਂ ਦਾ ਸਾਹਮਣਾ ਹੋ ਰਿਹਾ ਹੈਗਾ, ਜਿਹੜੇ ਕਿਸਾਨ ਵੱਖ-ਵੱਖ ਸਮੱਸਿਆਵਾਂ 'ਚ ਘਿਰੇ ਹੋਏ ਨੇਗੇ, ਪੰਜਾਬ ਸਰਕਾਰ ਉਹਨਾਂ ਦਾ ਕੀ ਹੱਲ ਕਰ ਰਹੀ ਆ, ਜਿਹੜੀਆਂ ਆਪਣੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਸਿਆਸੀ ਪਾਰਟੀ ਦਾ ਕੀ ਸਟੈਂਡ ਆ। ਸੋ ਮੇਰੇ ਵੱਲੋਂ ਮੰਗ ਆ, ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਜਿਹੜਾ ਆਉਣ ਵਾਲਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਆ ਇਹਦੇ ਵਿੱਚ 2 ਦਿਨ ਸਪੈਸ਼ਲ ਰੱਖੇ ਜਾਣ, ਜਿਨ੍ਹਾਂ 2 ਦਿਨਾਂ ਦੇ ਵਿੱਚ ਮੈਂ ਸਮਝਦਾ ਸਿਰਫ ਤੇ ਸਿਰਫ ਕਿਸਾਨੀ ਮਾਮਲਿਆਂ ਤੇ ਚਰਚਾ ਹੋਵੇ। ਕਿਸਾਨ ਨੂੰ ਖੇਤੀਬਾੜੀ ਸੈਕਟਰ ਤੇ ਕਿਵੇਂ ਅੱਗੇ ਵਧਣਾ ਚਾਹੀਦਾ ਹੈਗਾ, ਕਿਵੇਂ ਅਸੀਂ ਫਸਲੀ ਚੱਕਰ ਨੂੰ ਜਿਹੜਾ ਹੈ ਕਿਵੇਂ ਇਹਦੇ ਵਿੱਚ ਬਦਲਾਅ ਹੋਣਾ ਚਾਹੀਦਾ, ਕਿਵੇਂ ਪਾਣੀ ਜਿਹੜਾ ਹੈਗਾ ਧਰਤੀ ਥੱਲੋਂ ਥੱਲੇ ਨੂੰ ਜਾ ਰਿਹਾ ਹੈਗਾ। ਇਸ ਵਾਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੇਤੀ ਔਰ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਦੇ 2 ਦਿਨ ਦਾ ਸਪੈਸ਼ਲ ਡਿਸਕਸ਼ਨ ਰੱਖੀ ਜਾਵੇ ਔਰ ਇਹਦੇ ਵਿੱਚ ਜਿੱਥੇ ਗੰਨਾ ਕਿਸਾਨਾਂ ਦੀਆਂ ਸਮੱਸਿਆਵਾਂ ਉੱਥੇ ਪੰਜਾਬ ਦਾ ਜਿਹੜਾ ਖੇਤੀ ਨੂੰ ਆਉਣ ਵਾਲਾ ਸੰਕਟ ਹੈ ਉਹਦੇ ਬਾਰੇ ਵਿਚਾਰ ਕੀਤੇ ਜਾਣ। ਜਿਸ ਤਰ੍ਹਾਂ ਵਾਟਰ ਟੇਬਲ ਥੱਲੇ ਜਾ ਰਿਹਾ, ਪਾਣੀ ਜ਼ਹਿਰੀਲਾ ਹੋ ਰਿਹਾ, ਸਾਡੀ ਇਨਪੁਟ ਕਾਸਟ ਵੱਧ ਰਹੀ ਹੈ ਤੇ ਜਿਹੜੀ ਡਾਈਵਰਸੀਫਿਕੇਸ਼ਨ ਦੇ ਲਈ ਕੀ ਇੰਤਜ਼ਾਮ ਕੀਤੇ ਸਰਕਾਰ ਨੇ ਔਰ ਕੀ ਕਰਨ ਦੇ ਇਰਾਦੇ ਰੱਖਦੀ ਉਹ ਡਿਸਕਸ ਕੀਤਾ ਜਾਵੇ ਤਾਂ ਕਿ ਆਪਾਂ ਪੰਜਾਬ ਨੂੰ ਬਚਾ ਸਕੀਏ। ਸੋ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੀ ਹੈ ਵੀ 2 ਦਿਨ ਦਾ ਸੈਸ਼ਨ ਰੱਖੀਏ ਤੇ ਨਾਲ ਦੀ ਨਾਲ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ 2 ਦਿਨ ਸਪੈਸ਼ਲ ਸੈਸ਼ਨ, ਕਿਉਂਕਿ ਖੇਤੀ ਪੰਜਾਬ ਦੀ ਜਾਨ ਹੈ, ਖੇਤੀ ਤੋਂ ਬਿਨਾਂ ਪੰਜਾਬ ਦਾ ਤਸੱਵੁਰ ਨਹੀਂ ਕੀਤਾ ਜਾ ਸਕਦਾ।
ਸੋ ਖੇਤੀ ਤੇ ਡਿਸਕਸ਼ਨ ਲਈ 2 ਦਿਨ ਸਪੈਸ਼ਲ ਰੱਖੇ ਜਾਣ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ। ਉਧਰ ਪੰਜਾਬ ਸਰਕਾਰ ਦੇ ਉੱਤੇ ਵਿਕਰਮ ਮਜੀਠੀਆ ਵੀ ਲਗਾਤਾਰ ਵਰ ਰਹੇ ਨੇ। ਵਿਕਰਮ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਹੋ ਕੇ ਹਰ ਇੱਕ ਮਸਲੇ ਦੇ ਉੱਤੇ ਟਿੱਪਣੀ ਪੰਜਾਬ ਦੀ ਸਰਕਾਰ ਦੇ ਉੱਤੇ ਖੜੀ ਕੀਤੀ ਗਈ ਹੈ ਤੇ ਸਵਾਲਾਂ 'ਚ ਖੜੇ ਕੀਤਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ। ਦੇਖੋ ਹੁਣ ਤਾਂ ਭਾਵੇਂ ਤਾਲਮੇਲ ਮਿਲਾ ਲਓ, ਭਾਵੇਂ ਮੇਲ ਜੋਲ ਕਮੇਟੀ ਬਣਾ ਲਓ, ਇਹਨਾਂ ਦਾ ਆਪ ਦਾ ਤਾਲਮੇਲ ਹੀ ਨਹੀਂ ਸੈੱਟ ਪੈ ਰਿਹਾ। ਜੋ ਕੁਝ ਇੱਕ ਦੂਜੇ ਬਾਰੇ ਕਿਹਾ ਗਿਆ, ਜੋ ਰਵੱਈਆ ਪ੍ਰਧਾਨਗੀ ਦੀ ਚੋਣ ਵੇਲੇ ਵੇਖਣ ਨੂੰ ਮਿਲਿਆ ਜਾਂ ਉਸ ਤੋਂ ਬਾਅਦ ਵੀ ਜੋ ਟਿੱਪਣੀਆਂ ਹੋਈਆਂ ਨੇ, ਇਹ ਕੇਵਲ ਤੇ ਕੇਵਲ ਜੋ ਕਾਂਗਰਸ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਕਿ ਇਹ ਇੱਕ ਦੂਜੇ ਨੂੰ ਠੋਕਣ ਨੂੰ ਤੁਰੇ ਆ। ਹੁਣ ਤਾਲਮੇਲ ਦਾ ਸਮਾਂ ਗਿਆ, ਹੁਣ ਤਾਂ ਅਲਵਿਦਾ ਦਾ ਸਮਾਂ ਆਇਆ ਔਰ ਇਹ ਮੈਂ ਕਹਿੰਦਾ ਫੇਅਰਵੈਲ ਪਾਰਟੀ ਸ਼ੁਰੂ ਹੋਣੀ ਆ ਹੁਣ ਇਹਨਾਂ ਦੀ। ਔਰ ਲੋਕਾਂ ਨੇ ਇਹ ਜਿਹਾ ਫੇਅਰਵੈਲ ਇਹਨਾਂ ਨੂੰ ਦੇਣਾ ਕਿ ਮੁੜ ਕੇ ਐਡਾ ਵੱਡਾ ਧੋਖਾ ਲੋਕਾਂ ਨਾਲ ਕਰਨ ਵਾਲਿਆਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਦੇਖੋ ਮੈਂ ਬੜਾ ਧੰਨਵਾਦੀ ਹਾਂ ਕਿਸੇ ਵੀ ਉਸ ਆਗੂ ਦਾ ਜਿਨ੍ਹਾਂ ਨੇ ਪੰਜਾਬੀਆਂ ਦੀ ਅੰਨਦਾਤਾ ਦੀ ਭਾਵਨਾ ਦਾ ਸਤਿਕਾਰ ਕੀਤਾ ਹੋਵੇ। ਅਨਿਲ ਜੋਸ਼ੀ ਜੀ ਨੇ ਕਿਸਾਨੀ ਮੁੱਦੇ ਤੇ ਆਪ ਦੀ ਆਵਾਜ਼ ਬੁਲੰਦ ਕੀਤੀ ਔਰ ਅਸੀਂ ਸਾਰੀ ਜਾਣਦੇ ਹਾਂ ਕਿ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਗਿਆ, ਜਦ ਕਿ ਪਾਰਟੀ ਦਾ ਜਿਹੜੀ ਪਾਰਟੀ ਨਾਲ ਉਹ ਸੰਬੰਧਿਤ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਕਾਲੇ ਕਾਨੂੰਨ ਵੀ ਉਹ ਦਿੱਲੀ ਜਾ ਕੇ ਆਪ ਦੀ ਲੀਡਰਸ਼ਿਪ ਕੋਲੋਂ, ਭਾਜਪਾ ਦੀ ਲੀਡਰਸ਼ਿਪ ਤੋਂ ਰੱਦ ਕਰਾਉਂਦੇ। ਔਰ ਅੱਜ ਸਾਲ ਤੋਂ ਉੱਤੇ ਲਗਭਗ ਹੋ ਚੱਲਿਆ 400 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਆ ਇਸ ਅੰਦੋਲਨ ਤੇ। ਇੱਕ ਵੀ ਲਫ਼ਜ਼ ਉਹਨਾਂ ਦੀ ਐਡੀ ਵੱਡੀ ਸ਼ਹਾਦਤ ਦੇ ਸਤਿਕਾਰ ਵਜੋਂ ਭਾਜਪਾ ਦੀ ਕੇਂਦਰ ਲੀਡਰਸ਼ਿਪ ਨੇ ਇੱਕ ਲਫ਼ਜ਼ ਨਹੀਂ ਉਹਨਾਂ ਦੇ ਹੱਕ 'ਚ ਕੱਢਿਆ। ਹਾਂ, ਇਹ ਜ਼ਰੂਰ ਸੁਣਨ ਨੂੰ ਮਿਲਿਆ ਕਿ ਇਹ ਵਿਚੋਲੀਏ ਨੇ, ਇਹ ਅੱਤਵਾਦੀ ਨੇ, ਇਹ ਦੇਸ਼ ਦਰੋਹੀ ਨੇ। ਉਧਰ 2022 ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਵੀ ਲਗਾਤਾਰ ਸਰਗਰਮ ਹੈ। ਭਾਜਪਾ ਦੀ ਚਿੰਤਾ ਵੀ ਹੈ ਤੇ ਉਸ ਚਿੰਤਾ ਦੇ ਉੱਤੇ ਚਿੰਤਨ ਵੀ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ। ਚੰਡੀਗੜ੍ਹ ਦੇ ਵਿੱਚ ਹਰ ਰੋਜ਼ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਪੰਜਾਬ ਦੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਭਾਜਪਾ ਨੇ ਉਤਰਨਾ, ਇਸ ਨੂੰ ਲੈ ਕੇ ਵਿਉਂਤਬੰਦੀ ਬਣਨੀ ਸ਼ੁਰੂ ਹੋ ਚੁੱਕੀ ਹੈ। ਸੋ ਭਾਜਪਾ ਦੇ ਮੌਜੂਦਾ ਹਾਲਾਤਾਂ ਦੇ ਲਈ ਸਿੱਧਾ ਸੁਰਿੰਦਰ ਡੱਲਾ ਹੋਣਾ ਦਾ ਰੁਖ ਕਰਦੇ ਹਾਂ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਸ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਭਾਜਪਾ ਦੇ ਵੱਲੋਂ? ਲੱਗਦਾ ਹੈ ਕਿ ਸਿਆਸੀ ਤੌਰ ਦੇ ਉੱਤੇ ਜੰਬੀਰ ਸੰਭਾਲ ਸਕੇਗੀ ਪੰਜਾਬ ਦੇ ਵਿੱਚ ਭਾਜਪਾ? ਦੇਖੋ, ਮੈਨੂੰ ਜੋ ਪਤਾ ਲੱਗਿਆ ਜਾਂ ਜੋ ਮੈਂ ਮਹਿਸੂਸ ਕਰਦਾ, ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਕਾਈ ਇਸ ਵਕਤ ਬਹੁਤ ਜ਼ਿਆਦਾ ਗੰਭੀਰ ਹੈ ਕਿ ਅਸੀਂ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਕਿਸਾਨੀ ਦਾ ਪੱਖ ਹੋਰ ਮਜ਼ਬੂਤੀ ਨਾਲ ਰੱਖੀਏ। ਦੇਖੋ, ਮੈਂ ਵੀ ਇਸ ਗੱਲ ਦਾ ਹਾਮੀ ਹਾਂ ਕਿ ਕਿਸਾਨਾਂ ਔਰ ਭਾਰਤ ਸਰਕਾਰ ਦੇ ਵਿਚਾਲੇ ਮਸਲਾ ਗੱਲਬਾਤ ਦੇ ਨਾਲ ਨਿਬੜ ਜਾਣਾ ਚਾਹੀਦਾ ਹੈ, ਤਾਲਮੇਲ ਦੇ ਨਾਲ ਮਸਲਾ ਨਿਬੜ ਜਾਣਾ ਚਾਹੀਦਾ ਹੈ। 3 ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਤੇ ਕਿਸਾਨਾਂ 'ਚ ਸਹਿਮਤੀ ਬਣ ਜਾਣੀ ਚਾਹੀਦੀ ਹੈ। ਮੈਂ ਤਾਂ ਇੱਥੋਂ ਤੱਕ ਚਾਹੁੰਦਾ ਕਿ ਕੇਂਦਰ ਦੀ ਸਰਕਾਰ ਇਹਦਾ ਕੋਈ ਸੁਖਦ ਹੱਲ ਕੱਢੇ ਜਿਹਦੇ ਨਾਲ ਕਿਸਾਨ ਵੀ ਖੁਸ਼ ਹੋਣ ਔਰ ਕੇਂਦਰ ਦੀ ਸਰਕਾਰ ਵੀ ਖੁਸ਼ ਹੋਵੇ। ਔਰ ਮੈਂ ਇਹ ਵੀ ਚਾਹੁੰਦਾ ਕਿ ਪੰਜਾਬ 'ਚ ਅਨਾਜ ਮੰਡੀਆਂ ਦੇ ਉੱਤੇ ਕੋਈ ਨਾ ਕੋਈ ਜਾਂਚ ਕੀਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਜਿਹੜਾ ਲੈਂਡ ਰਿਕਾਰਡ ਦੀ ਗੱਲ ਤੁਰੀ ਹੈ ਕਿ ਲੈਂਡ ਰਿਕਾਰਡ ਜੋੜਿਆ ਜਾਵੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ, ਉਹ ਇਸ ਕਰਕੇ ਵੀ ਲਾਜ਼ਮੀ ਹੈ ਕਿਉਂਕਿ ਕਿਤੇ ਨਾ ਕਿਤੇ ਅਨਾਜ ਮਾਫੀਆ ਵੀ ਹੈ ਪੰਜਾਬ 'ਚ। ਯੂਪੀ ਬਿਹਾਰ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ 'ਚ ਵੇਚਿਆ ਜਾਂਦਾ। ਕੇਂਦਰ ਸਰਕਾਰ ਦੇ ਪੈਸੇ ਨੂੰ ਚੂਨਾ ਲੱਗ ਰਿਹਾ ਔਰ ਪੰਜਾਬ ਨੂੰ ਵੀ ਲੱਗ ਰਿਹਾ। ਇਹ ਤੇ ਜਾਂਚ ਹੋਣੀ ਚਾਹੀਦੀ ਹੈ। ਹੁਣ ਕਿਸਾਨਾਂ ਦੇ ਨਾਲ ਮਸਲਾ ਨਿਬੜ ਜੇ ਤੇ ਉਹਦੇ ਨਾਲ ਪੰਜਾਬ ਦੇ ਕਿਸਾਨ ਆਪਣਾ ਕੰਮਕਾਰ ਕਰਨ ਲਈ ਵਾਪਸ ਮੁੜਨ, ਖੁਸ਼ਹਾਲੀ ਪੰਜਾਬ 'ਚ ਵਾਪਸ ਆਵੇ। ਦੂਜੇ ਪਾਸੇ ਸਿਆਸੀ ਪੱਖ ਹੈ ਜਿਹੜਾ ਬੀਜੇਪੀ ਕੋਸ਼ਿਸ਼ ਕਰੂਗੀ ਕਿ ਅਸੀਂ ਕਿਸਾਨ ਮਸਲਾ ਨਿਬੇੜ ਕੇ ਦੁਬਾਰਾ ਪੰਜਾਬ 'ਚ ਮੁਕਾਬਲੇ ਚਾਹੀਏ। ਔਰ ਅਗਰ ਬੀਜੇਪੀ ਕਿਸਾਨ ਅੰਦੋਲਨ ਖਤਮ ਕਰ ਲੈਂਦੀ ਹੈ ਤੇ ਫਿਰ ਬੀਜੇਪੀ ਕਿਤੇ ਨਾ ਕਿਤੇ ਮੁਕਾਬਲੇ ਆਉਣ ਦੀ ਸਥਿਤੀ 'ਚ ਬਣਦੀ ਹੈ ਪੰਜਾਬ ਦੇ ਵਿੱਚ, ਅਗਰ ਕਿਸਾਨ ਬੀਜੇਪੀ ਨੇ ਖੁਸ਼ ਕਰ ਲਏ। ਔਰ ਉਹਦੀ ਤਿਆਰੀ ਬੀਜੇਪੀ ਦੇ ਲੀਡਰ ਕਰ ਰਹੇ ਨੇ। ਮੀਟਿੰਗਾਂ ਹੋ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ, ਮੈਂ ਦੇਖ ਰਿਹਾ ਚੰਡੀਗੜ੍ਹ 'ਚ ਵੀ ਮੀਟਿੰਗਾਂ ਹੋ ਰਹੀਆਂ ਨੇ। ਔਰ ਇਹਦੇ ਨਾਲ ਨਾਲ ਜਿਹੜੀ ਗੱਲ ਇੱਥੇ ਦੇਖਣ ਵਾਲੀ ਹੈ, ਅਕਾਲੀ ਦਲ ਨੇ ਬੀਜੇਪੀ ਦੇ ਕਈ ਲੀਡਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਲਿਆ। ਅੱਜ ਕੱਲ੍ਹ 'ਚ ਹੋਰ ਵੀ ਕੁਝ ਲੀਡਰ ਅਕਾਲੀ ਦਲ 'ਚ ਜਾ ਸਕਦੇ ਨੇ ਬੀਜੇਪੀ ਵਾਲੇ। ਹੁਣ ਬੀਜੇਪੀ ਇਸ ਗੱਲ ਨੂੰ ਲੈ ਕੇ ਬੜੀ ਸੁਚੇਤ ਹੈ ਔਰ ਮੈਨੂੰ ਇਹ ਲੱਗਦਾ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਪਾਰਟੀਆਂ ਦੇ ਵਿੱਚੋਂ ਵੀ ਲੀਡਰ ਬੀਜੇਪੀ 'ਚ ਜਾਣਗੇ। ਮੈਨੂੰ ਪੂਰਾ ਇਹ ਸ਼ੱਕ ਹੈ ਅਕਾਲੀ ਦਲ ਤੋਂ ਵੀ ਕਾਂਗਰਸ ਤੋਂ ਵੀ ਕੁਝ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਗੇ ਔਰ ਪੰਜਾਬ 'ਚ ਜਿਹੜਾ ਮੁਕਾਬਲਾ ਹੈ ਉਹਦੇ 'ਚ ਅੱਜ ਵੀ ਮੈਂ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਭਵਿੱਖ ਦੀ ਜਿਹੜੀ ਉਹਨਾਂ ਦੀ ਰਣਨੀਤੀ ਬਣ ਰਹੀ ਹੈ ਨਾ, ਮੈਂ ਉਹਨੂੰ ਸਮਝ ਰਿਹਾ, ਦੇਖ ਰਿਹਾ। ਮੈਂ ਬਹੁਤ ਗਹਿਰਾਈ ਨਾਲ ਦੇਖ ਰਿਹਾ ਕਿ ਬੀਜੇਪੀ
ਦੀ ਰਣਨੀਤੀ ਕੀ ਬਣ ਰਹੀ ਹੈ। ਪੰਜਾਬ 'ਚ ਕਾਂਗਰਸ 'ਚ ਕੁਝ ਲੋਕ ਜਿਹੜੇ ਨੇ ਮੈਨੂੰ ਕਿਤੇ ਨਾ ਕਿਤੇ ਸ਼ੱਕ ਹੈ ਉਹ ਜਾ ਸਕਦੇ ਨੇ। ਕਾਂਗਰਸ ਦੇ ਲੋਕ ਹਰ ਪਾਰਟੀਆਂ 'ਚ ਲੋਕ ਜਾਂਦੇ ਨੇ, ਕਈ ਲੋਕਾਂ ਨੂੰ ਟਿਕਟਾਂ ਦੀ ਇੱਛਾ ਹੁੰਦੀ ਹੈ। ਹੁਣ ਬਹੁਤ ਸਾਰੇ ਲੋਕਾਂ ਨੂੰ ਖਤਰਾ ਹੈ ਵੀ ਕਾਂਗਰਸ 'ਚ ਸਾਡੀ ਟਿਕਟ ਨਾ ਕੱਟੀ ਜਾਵੇ, ਉਹ ਵੀ ਲੋਕ ਬੀਜੇਪੀ ਦਾ ਰੁਖ ਕਰ ਸਕਦੇ ਆ। ਆਮ ਆਦਮੀ ਪਾਰਟੀ ਤੋਂ ਵੀ ਕਈ ਲੀਡਰ, ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਤੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਆਪਣੀ ਪਾਰਟੀ 'ਚ ਲਿਆਂਦੇ, ਇਸ ਕਰਕੇ ਮੈਨੂੰ ਪੂਰਾ ਇਹ ਸ਼ੱਕ ਹੈ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੇ ਵੀ ਕੁਝ ਲੀਡਰ ਹੈ ਜਿਹੜੇ ਉਹ ਬੀਜੇਪੀ ਵਾਲੇ ਪਾਸੇ ਜਾ ਸਕਦੇ ਆ। ਸੋ ਇੱਕ ਦੂਸਰੀਆਂ ਪਾਰਟੀਆਂ 'ਚ ਲੀਡਰ ਆਉਣਗੇ ਜਾਣਗੇ, ਔਰ ਬੀਜੇਪੀ ਹਜੇ ਤੱਕ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਜ਼ਿਆਦਾ ਤਵੱਜੋ ਨਹੀਂ ਸੀ ਦੇ ਰਹੀ ਸ਼ਾਮਲ ਕਰਾਉਣ ਦੀ। ਪਰ ਹੁਣ ਜਿਹੜੀ ਮੈਨੂੰ ਪਤਾ ਲੱਗਿਆ ਗੱਲ ਕੀ ਰਣਨੀਤੀਆਂ ਚੱਲ ਰਹੀਆਂ ਨੇ ਕਿ ਦੂਜੀਆਂ ਪਾਰਟੀਆਂ ਦੇ ਉਹ ਤਕੜੇ ਉਮੀਦਵਾਰ ਜਿਨ੍ਹਾਂ ਦੀਆਂ ਟਿਕਟਾਂ ਦਾ ਖਤਰਾ ਉਹਨਾਂ ਪਾਰਟੀਆਂ 'ਚ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨਜ਼ਰ ਰੱਖੀਏ ਔਰ ਚੰਗੇ ਕਿਰਦਾਰ ਅਸੀਂ ਬੀਜੇਪੀ 'ਚ ਲੈ ਕੇ ਆਈਏ। ਸੋ ਬੀਜੇਪੀ ਵੀ ਹੁਣ ਇਸ ਰਣਨੀਤੀ ਦੇ ਉੱਤੇ ਕੰਮ ਕਰ ਰਹੀ ਹੈ। ਸੋ ਆਉਂਦੇ ਦਿਨਾਂ 'ਚ ਬੀਜੇਪੀ ਵੀ ਪੰਜਾਬ 'ਚ ਕੋਈ ਨਾ ਕੋਈ ਪੋਲੀਟੀਕਲ ਧਮਾਕਾ ਜਿਹੜਾ ਉਹ ਕਰ ਸਕਦੀ ਹੈ। ਉਧਰ ਗੁਰੂ ਨਗਰੀ ਅੰਮ੍ਰਿਤਸਰ ਦਾ ਰੁਖ ਕਰਾਂਗੇ। ਗੁਰੂ ਨਗਰੀ ਅੰਮ੍ਰਿਤਸਰ ਨੂੰ ਬੀਤੇ ਦਿਨੀ ਨਵੇਂ ਪੁਲਿਸ ਕਮਿਸ਼ਨਰ ਮਿਲੇ ਨੇ। ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ, ਜੋ ਕਿ ਹੁਣ ਨਵੇਂ ਪੁਲਿਸ ਕਮਿਸ਼ਨਰ ਦੇ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਨਜ਼ਰ ਆਇਆ ਕਰਨਗੇ। ਉਹਨਾਂ ਨੇ ਬੀਤੇ ਦਿਨੀ ਆਪਣਾ ਚਾਰਜ ਵੀ ਸੰਭਾਲ ਲਿਆ ਹੈ। ਵਿਕਰਮਜੀਤ ਦੁੱਗਲ DIG ਪਟਿਆਲਾ ਰੇਂਜ ਵਜੋਂ ਆਪਣੀ ਸੇਵਾ ਨਿਭਾ ਚੁੱਕੇ ਨੇ ਤੇ ਕਾਫੀ ਸਾਫ਼ ਕਿਰਦਾਰ ਦੀ ਉਹਨਾਂ ਦੀ ਸੇਵਾ ਜਿਹੜੀ ਮੰਨੀ ਜਾਂਦੀ ਹੈ। ਸੋ ਵਿਕਰਮਜੀਤ ਦੁੱਗਲ ਨੇ ਅਹੁਦਾ ਸੰਭਾਲਿਆ ਤੇ ਇਸ ਮੌਕੇ ਦੇ ਉੱਤੇ ਕੀ ਕੁਝ ਕਿਹਾ ਸੁਣੋ। ਅੱਜ ਐਜ਼ CP ਅੰਮ੍ਰਿਤਸਰ ਮੈਨੂੰ ਚਾਰਜ ਸੰਭਾਲਣ ਦਾ ਮੌਕਾ ਮਿਲਿਆ। ਮੈਂ ਸਰਕਾਰ ਦਾ ਧੰਨਵਾਦੀ ਹਾਂ ਕਿ ਗੁਰੂ ਘਰ ਦੇ ਵਿੱਚ, ਗੁਰੂ ਨਗਰੀ 'ਚ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੂੰਗਾ, ਆਪਣੇ ਸਾਰੀ ਟੀਮ ਨੂੰ ਤੇ ਸਾਰੀ ਪਬਲਿਕ ਨੂੰ ਵੀ, ਕਿ ਸਾਨੂੰ ਇੱਕਮਿਕ ਹੋ ਕੇ ਕ੍ਰਾਈਮ ਦੇ ਅਗੇਂਸਟ ਚੱਲਣ ਦੀ ਲੋੜ ਹੈਗੀ ਹੈ, ਸ਼ਰਾਰਤੀ ਅਨਸਰਾਂ ਦੇ ਅਗੇਂਸਟ ਚੱਲਣ ਦੀ ਲੋੜ ਹੈ। ਉਸ ਦੇ ਨਾਲ ਹੀ ਸਾਨੂੰ ਪ੍ਰੋਪਰ ਢੰਗ ਨਾਲ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਵੀ ਪਬਲਿਕ ਸਪੋਰਟ ਦੀ ਲੋੜ ਹੈਗੀ ਹੈ। ਇਸ ਤੋਂ ਇਲਾਵਾ ਜੋ ਕੋਵਿਡ ਮਹਾਮਾਰੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਹਰ ਤਰ੍ਹਾਂ ਦੇ ਸਹਿਯੋਗ ਦੀ ਤੇ ਕੋਆਪਰੇਸ਼ਨ ਦੀ ਲੋੜ ਪਊਗੀ। ਲੋਕਲ ਪੁਲਿਸ ਤੁਹਾਡੇ ਸਾਰਿਆਂ ਨਾਲ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਨੂੰ, ਕਿਸੇ ਵੀ ਤਰ੍ਹਾਂ ਦੇ ਐਡਵਰਸ ਸਿਚੁਏਸ਼ਨ ਨੂੰ ਨਜਿੱਠਣ ਵਿੱਚ ਬਹੁਤ ਹੀ ਤਰ੍ਹਾਂ ਸક્ષਮ ਹੈ। ਉਧਰ ਬੀਤੇ ਦਿਨੀ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਉੱਤੇ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਜਿੱਥੇ ਭੈਣਾਂ ਦੇ ਵੱਲੋਂ ਭਰਾਵਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ ਨੇ, ਉੱਥੇ ਹੀ ਸਾਡੇ ਦੇਸ਼ ਦੀ ਸੇਵਾ ਦੇ ਵਿੱਚ ਤੈਨਾਤ ਜਵਾਨਾਂ ਦੇ ਵੀ ਰੱਖੜੀਆਂ ਲక్ష్ਮੀ ਕਾਂਤਾ ਚਾਵਲਾ ਦੇ ਵੱਲੋਂ ਬੰਨ੍ਹੀਆਂ ਗਈਆਂ ਨੇ। ਬਾਘਾ ਬਾਰਡਰ ਸਰਹੱਦ ਦੇ ਉੱਤੇ ਪਹੁੰਚੇ ਲక్ష్ਮੀ ਕਾਂਤਾ ਚਾਵਲਾ ਦੇ ਵੱਲੋਂ ਜਵਾਨਾਂ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ। आज रक्षाबंधन का त्यौहार है और रक्षाबंधन पूरे देश का त्यौहार है। ये सच पूछिए तो ये तब से जुड़ा है जब सतयुग था। आज तो ये रक्षाबंधन का मतलब भाई बहन का रिश्ता है, लेकिन राजस्थान की राखी अगर आपने देखी होगी तो जब भी देश पे युद्ध लगता था तो बहनें सड़क पर खड़ी हो जाती थी कि जो देश के लिए प्राण देना चाहता है वो आकर के राखी बंधवाए। और जलियांवाले बाग की राखी भी ऐसी ही राखी मानी जाती है। मैं हिंदुस्तान की वह भाग्यशाली बेटी हूँ जिसको आज 54 साल हो गए, 68 से। BSF का जब निर्माण हुआ उसके ठीक 3 साल बाद हम रक्षाबंधन के साथ जुड़ गए और इस बॉर्डर से शुरू करके, जो तब बिल्कुल कच्चा था, कोई बिल्डिंगें नहीं थी, हुसैनी वाला से लेके डेरा बाबा नानक के पिल बॉक्सेस तक हमने सैनिकों को राखी बंधी। 70 की राखी हुसैनी वाला में थी और 71 की राखी जंग जीतने के बाद हमारी पिल बॉक्सेस के अंदर जाकर के सेना के जवानों के साथ डेरा बाबा नानक में थी। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।